ਬਾਅਦ ਇਹ ਸਮਝ ਆਉਣਾ ਸ਼ੁਰੂ ਹੋਇਆ ਕਿ ਜੋ ਚੀਜ਼ਾਂ ਅਸੀਂ ਬੋਲ ਰਹੇ ਹਾਂ, ਅਰੇ ਭਾਈ ਇਹਨਾਂ ਦੀ ਵਾਈਬ੍ਰੇਸ਼ਨਸ ਕੀ ਨੇ, ਮੇਰੀ ਬਾਡੀ ਦੇ ਉੱਤੇ ਇਹਨਾਂ ਦਾ ਕੀ ਅਸਰ ਹੋ ਰਿਹਾ ਵੇ। ਮਨ ਅੰਦਰੋਂ ਦੀ ਐਸਿਡਿਟੀ ਦੀ ਪ੍ਰੋਬਲਮ ਸ਼ੁਰੂ ਹੋ ਗਈ। ਕਿਉਂ? ਕਿਉਂਕਿ ਬੜੀ ਜਲਦੀ ਜਜਮੈਂਟਲ ਹੋ ਜਾਣਾ, ਬੜੀ ਜਲਦੀ ਬੇਬਾਕ ਕਿਸੇ ਵਾਸਤੇ ਵੀ ਕੋਈ ਕਮੈਂਟ ਪਾਸ ਕਰ ਦੇਣਾ। ਜੌਬ ਵਿੱਚ ਵੀ ਨਵੇਂ ਜਦ ਹੈਗੇ ਸੀ, ਬੜੀ ਜਲਦੀ ਇਹ ਨਹੀਂ ਤੇ ਇਹ ਹੋਏਗਾ ਜੀ, ਇਹ ਨਹੀਂ ਤੇ ਇਹ ਹੋਏਗਾ। ਲੀਡਰਸ਼ਿਪ ਕੁਆਲਿਟੀਜ਼ ਤੇ ਸ਼ੁਰੂ ਤੋਂ ਹੈਗੀਆਂ ਸੀ, ਕਿਸ ਤਰ੍ਹਾਂ ਕੋਈ ਵੀ ਕੰਮ ਨੂੰ ਕਰਨਾ ਹੈ। ਫਿਰ ਉਹਦੇ ਚ ਕੋਈ ਹੁਣ ਬਸ ਫਿਰ ਸਾਹਮਣੇ ਬੋਲੇ ਨਾ, ਜੋ ਡਿਸੀਜ਼ਨ ਲੈ ਲਿਆ ਉਹ ਲੈ ਲਿਆ। ਧਿਆਨ ਹੀ ਚਾਹਣ ਤੋਂ ਬਾਅਦ ਮਨ ਜਿਹੜਾ ਆਪਣੇ ਉੱਤੇ ਪਰਸਨਲ ਲੱਗਿਆ ਕਿ ਸਭ ਤੋਂ ਪਹਿਲੇ ਆਪਣੀ ਕਮੀਆਂ ਨੂੰ ਸਾਧਨਾ ਬਹੁਤ ਜ਼ਰੂਰੀ ਹੈ। ਬੜੇ ਲੈਕਚਰ ਦੇ ਲੈਂਦੇ ਹੋ, ਬੜੀ ਜਗ੍ਹਾ ਤੁਸੀਂ ਸੁਣ ਆਉਂਦੇ ਹੋ, ਐਡਾ ਪੜ੍ਹਦੇ ਆ, ਐਡੇ ਪੜ੍ਹਨ ਦੀ ਸ਼ੌਕੀਨ, ਲੇਕਿਨ ਜਦ ਬਿਹੇਵੀਅਰ ਦੇ ਵਿੱਚ ਕੰਮ ਕਰਨ ਦਾ ਆਪਣਾ ਜ਼ਰੂਰਤ ਪਏ ਉੱਥੇ ਫੇਲ, 0/0। ਜਿਨ ਲੋਕਾਂ ਨੂੰ ਜਾਂ ਆਪਣੇ ਘਰ ਵਿੱਚ ਹਸਬੈਂਡ ਨੂੰ ਦੇਖਦੀ ਸੀ ਤੇ ਮੈਂ ਉਹਨਾਂ ਨੂੰ ਕਹਿੰਦੀ ਹੁੰਦੀ ਸੀ, ਮੈਂ ਕਿਹਾ ਪੜ੍ਹਦੀ ਗੁੜਦੀ ਤੇ ਮੈਂ ਜ਼ਿਆਦਾ, ਲੇਕਿਨ ਪਾਸ ਤੁਸੀਂ ਹੋ ਜਾਂਦੇ ਹੋ। ਕਿਉਂ? ਕਿਉਂਕਿ ਆਪਣੀ ਜਿਹੜੀ ਛੋਟੀ ਸਰੀਰ ਵਿੱਚ ਜਿਹੜੀ ਚੀਜ਼ਾਂ ਸੀ, ਕਮੀਆਂ ਸੀ, ਉਹਨਾਂ ਵੱਲ ਕਦੀ ਧਿਆਨ ਹੀ ਨਹੀਂ ਦਿੱਤਾ। ਤੇ ਮਾਸਟਰਸ ਸਭ ਤੋਂ ਪਹਿਲੇ ਜਿੰਨਾ ਮਰਜ਼ੀ ਬਾਹਰ ਘੁੰਮਾਓ, ਕਿੱਥੇ ਚਲੇ ਜਾਓ, ਸਾਨੂੰ ਕਿੱਥੇ ਜਾਣ ਦੀ ਲੋੜ ਨਹੀਂ ਹੈਗੀ। ਇਹ ਧਿਆਨ ਤੋਂ ਬਾਅਦ ਪਹਿਲੇ ਆਪਣੇ ਉੱਤੇ ਕੰਮ ਕਰੋ, ਨਹੀਂ ਤੇ ਰੋਜ਼ ਫੇਲ ਹੋਗੇ। ਲੇਕਿਨ ਧਿਆਨ ਕਰਨ ਦੇ ਨਾਲ ਧੀਰੇ ਇਹ ਚੀਜ਼ ਜ਼ਰੂਰ ਹੈ, ਤੁਹਾਨੂੰ ਤੁਹਾਡੇ ਅੰਦਰ ਦੀ ਕਮੀ ਨੂੰ ਠੀਕ ਕਰਨਾ ਸਿਖਾਏਗੀ। ਕੋਈ ਸਾਨੂੰ ਜਾਦੂ ਦੀ ਛੜੀ ਘੁਮਾ ਕਰਕੇ ਠੀਕ ਨਹੀਂ ਕਰ ਸਕਦਾ। ਜੇ ਤੁਸੀਂ ਆਪਣੀ ਲਾਈਫ ਵਿੱਚ ਡਿਸਿਪਲਿਨ ਲਾਈਫ ਜੀ ਰਹੇ ਹੋ, ਧਿਆਨ ਕਰ ਰਹੇ ਹੋ, ਤੇ ਆਪਣੇ ਆਪ ਕਿਸੇ ਕੋਲ ਜਾਣ ਦੀ ਲੋੜ ਹੀ ਨਹੀਂ। ਸਾਡੇ ਵਿੱਚ ਆਪਣੇ ਆਪ ਫਰਕ ਆਣਾ ਸ਼ੁਰੂ ਹੋ ਜਾਏਗਾ। ਕੋਈ ਤੁਹਾਡੇ ਵਾਸਤੇ ਕੁਝ ਨਹੀਂ ਕਰ ਸਕਦਾ ਸਿਵਾਏ ਸਾਡੇ ਆਪਣੇ। ਭਾਗੇ ਜੌਬ ਵਿੱਚ ਰਹਿਣ ਤੋਂ ਬਾਅਦ ਤੇ ਭੱਗੇ ਉੱਠਦੇ ਆ, 7 ਵਜੇ ਦੇ ਸਕੂਲਾਂ 'ਚ ਸਵੇਰੇ ਪਹੁੰਚਣਾ। ਕੀ ਸਾਡੀ ਲਾਈਫ ਰਹਿੰਦੀ ਹੈ, ਸਭ ਐਜ਼ ਅ ਲੇਡੀਜ਼ ਜਾਣ ਸਕਦੇ ਨੇ। ਉਸ ਤੋਂ ਬਾਅਦ ਘਰ ਦਾ ਸਾਰਾ ਦੇਖਣਾ ਕਰਨਾ, ਭਲੇ ਡੋਮੈਸਟਿਕ ਹੈਲਪ ਤੁਸੀਂ ਰੱਖੀਆਂ ਹੋਣ, ਡੋਮੈਸਟਿਕ ਹੈਲਪ ਦੇ ਨਾਲ ਕਿੰਨਾ ਕਈ ਵਾਰ ਅਸੀਂ ਕਿਸ ਤਰ੍ਹਾਂ ਦੇ ਸ਼ਬਦਾਂ ਦਾ ਪ੍ਰਯੋਗ ਕਰ ਲੈਂਦੇ ਆ। ਕਦੀ ਬਹਿ ਕੇ ਧਿਆਨ ਵਿੱਚ ਬੈਠੋ, ਸੋਚੋ, ਥੋੜੀ ਦੇਰ ਦਾ ਠਹਿਰਾਵ ਆਪਣੇ ਚ ਲਿਆਓ ਤੇ ਸੋਚੋ। ਸਾਨੂੰ ਬੇਧਿਆਨੇ ਪਤਾ ਹੀ ਨਹੀਂ ਚੱਲਦਾ ਕਿ ਅਸੀਂ ਕੀ ਕੁਝ ਕਰ ਜਾਂਦੇ ਆ। ਜਦ ਤੱਕ ਬੈਠ ਕੇ ਧਿਆਨ ਨਾਲ ਠਹਿਰਾਵ ਲਿਆ ਕਰਕੇ ਆਪਣੀ ਚੀਜ਼ਾਂ ਨੂੰ ਨਹੀਂ ਸੋਚਾਂਗੇ, ਸਮਝਾਂਗੇ, ਤੇ ਕਰਮ ਦੇ ਉੱਤੇ ਕਰਮ ਖੜੇ ਹੀ ਕਰਦੇ ਚਲੇ ਜਾਵਾਂਗੇ। ਐਡਾ ਕੁਝ ਪੜ੍ਹਦੇ ਆ, ਐਡਾ ਕੁਝ ਗੁੜਦੇ ਆ, ਲੇਕਿਨ ਫਿਰ ਕਿਥੇ ਨਾ ਕਿਥੇ ਜਾ ਕਰਕੇ ਆਪਣੇ ਆਪ ਨੂੰ ਇਸ ਤਰ੍ਹਾਂ ਦੀ ਕੋਈ ਚੀਜ਼ ਕਰ ਜਾਂਦੇ ਆ ਕਿ ਜਿਹੜੀ ਬਾਅਦ ਵਿੱਚ ਜਾ ਕਰਕੇ ਸਾਨੂੰ ਲੱਗਦਾ ਹੈ ਕਿ ਬਈ ਇਹ ਕੀ ਕਰ ਬੈਠੇ, ਇਹ ਚੀਜ਼ ਨਹੀਂ ਹੋਣੀ ਚਾਹੀਦੀ ਸੀ। ਬੜੇ ਠਹਿਰਾਵ ਦੇ ਨਾਲ ਅਸੀਂ ਆਪਣੇ ਰਿਲੇਸ਼ਨਸ ਨੂੰ ਹੈਂਡਲ ਕਰ ਸਕਦੇ ਹਾਂ। ਘਰ ਦੇ ਲੋਕਾਂ ਨੂੰ ਉਹਨਾਂ ਦੇ ਪਿੱਛੇ ਕਿਸੇ ਵੀ ਚੀਜ਼ ਨੂੰ ਲੈ ਕਰਕੇ, ਜਿਸ ਤਰ੍ਹਾਂ ਮਦਰ ਕਹਿੰਦੀਆਂ ਨੇ ਉਸ ਤਰ੍ਹਾਂ ਗੱਲ ਨਹੀਂ ਕਰਨੀ ਚਾਹੀਦੀ। ਹਰ ਚੀਜ਼ ਨੂੰ ਸ਼ਾਂਤੀ ਨਾਲ ਥੋੜਾ ਟਾਈਮ ਤੇ ਦੋ ਘਰ ਦੇ ਬੰਦਿਆਂ ਨੂੰ। ਇਹ ਸਾਰੀਆਂ ਚੀਜ਼ਾਂ ਧਿਆਨ ਤੋਂ ਬਾਅਦ ਆਉਣ ਦੇ ਵਿੱਚ ਮੇਰੇ ਚ ਸਵਰਨੀਆਂ ਸ਼ੁਰੂ ਹੋਈਆਂ। ਮੈਂ ਕੋਈ ਬਾਹਰੋਂ ਚਮਤਕਾਰ ਦੀ ਕੋਸ਼ਿਸ਼ ਨਹੀਂ ਕਰਦੀ ਸੀ, ਲੇਕਿਨ ਧਿਆਨ ਦੇ ਵਿੱਚ ਆਉਣ ਤੋਂ ਬਾਅਦ ਜਿਹੜੀ ਧੀਰੇ ਜਿਹੜੀ ਹੈ ਮਨ ਵਿੱਚ ਸ਼ਾਂਤੀ ਉਤਰਦੀ ਹੈ ਨਾ, ਦਰਅਸਲ ਕੰਮ ਉਹ ਕਰਦੀ ਹੈ। ਚੀਜ਼ਾਂ ਨੂੰ ਛੋੜਨਾ ਆਣਾ ਸ਼ੁਰੂ ਹੋ ਜਾਂਦਾ ਵੇ ਕਿ ਚਲ ਯਾਰ ਇਹਨੇ ਵੀ ਜੋ ਕੋਈ ਗੱਲ ਕਹੀ ਹੈ, ਇਹਦੀ ਵੀ ਗੱਲ ਮੈਂ ਧਿਆਨ ਨਾਲ ਸੁਣਾ, ਇਹ ਵੀ ਕੋਈ ਗੱਲ ਠੀਕ ਕਹਿੰਦਾ ਹੋਏਗਾ ਬੰਦਾ। ਇਹ ਚੀਜ਼ ਆਣੀ ਸ਼ੁਰੂ ਹੋਈ। ਜਦ ਧੀਰੇ ਇਹ ਚੀਜ਼ਾਂ ਆਈਆਂ ਔਰ ਮੈਂ ਆਪਣੇ ਬਿਹੇਵੀਅਰ ਵਿੱਚ ਇਹ ਪ੍ਰੋਬਲਮਸ ਨੂੰ ਦੇਖਦੀ ਚਲੀ ਜਾ ਰਹੀ ਸੀ, ਤੇ ਫਿਰ ਮੈਂ ਸੋਚਣ ਸ਼ੁਰੂ ਹੋਈ ਕਿ ਕਿਸ ਤਰ੍ਹਾਂ ਇਹ ਚੀਜ਼ਾਂ ਪੂਰਵ ਜਨਮ ਦੀਆਂ ਹੁਣ ਜਿਹੜੇ ਮੇਰੇ ਅੰਦਰ ਬੈਠੀਆਂ, ਇਹਨਾਂ ਨੂੰ ਕਿਸ ਤਰ੍ਹਾਂ ਕੱਟਾਂ, ਇਹਨਾਂ ਦਾ ਕੀ ਉਪਾਅ ਹੈ। ਮੈਂ ਧਿਆਨ ਵੀ ਕਰ ਰਹੀ ਹਾਂ, ਮੈਂ ਪੜ੍ਹਦੀ ਵੀ ਬਹੁਤ ਹਾਂ, ਜਿੱਥੇ ਹੋ ਸਕੇ ਬਾਹਰ ਦੇ ਲੋਕਾਂ ਨਾਲ ਤੇ ਚੰਗੀ
ਕਈ ਵਾਰ ਕਈ ਘਰ ਦੇ ਵਿੱਚ ਜਿਹੜਾ ਵੀ ਲੱਗਦਾ ਸੀ ਕਿ ਕਿਸੇ ਨਾ ਕਿਸੇ ਦੇ ਅੱਗੇ ਥੋੜਾ ਜਿਹਾ ਇੰਪੈਸ਼ੈਂਟ ਹੋ ਕਰਕੇ ਬੜੀ ਜਲਦੀ ਜਵਾਬ ਦੇ ਜਾਣਾ, ਰਿਐਕਟਿਵ ਹੋ ਜਾਣਾ। ਬੱਚਿਆਂ ਨਾਲ ਤੇ ਅਸੀਂ ਹੋ ਹੀ ਜਾਂਦੇ ਹਾਂ, ਲੇਕਿਨ ਹੁਣ ਇਹ ਸਮਝ ਆਉਣ ਸ਼ੁਰੂ ਹੋਇਆ ਕਿ ਬੱਚੇ ਵੀ ਵੱਡੇ ਹੁੰਦੇ ਪਏ ਨੇ, ਆਪਣੇ 'ਚ ਵੀ ਉਸ ਤਰ੍ਹਾਂ ਦਾ ਠਹਿਰਾਵ ਧੀਰੇ ਧੀਰੇ ਆ ਜਾਣਾ ਚਾਹੀਦਾ ਹੈ। ਇਹ ਕੀ ਚੀਜ਼ਾਂ ਨੇ ਜਿਹੜੇ ਪਿਛਲੇ ਜਨਮਾਂ ਦੀਆਂ ਅੰਦਰ ਐਡੀਆਂ ਗੂੜੀਆਂ ਹੋ ਕੇ ਬੈਠੀਆਂ ਹੋਈਆਂ ਹਨ ਕਿ ਜਿਹੜਾ ਤੰਗ ਕਰਦੀਆਂ ਨੇ ਸਪਿਰਿਚੁਅਲ ਲਾਈਫ ਵਿੱਚ ਅੱਗੇ ਵਧਣ ਵਾਸਤੇ। ਬੜਾ ਲੋਕਾਂ ਨਾਲ ਗੱਲਬਾਤ ਕੀਤੀ, ਬਹੁਤ ਪੜ੍ਹਿਆ, ਬੜੇ ਸਾਰੇ ਸੈਮੀਨਾਰਸ ਨੂੰ ਸੁਣਦੀ ਰਹੀ। 2 ਸਾਲ ਜਿਹੜਾ ਲੋਕਡਾਊਨ ਦਾ ਟਾਈਮ ਸੀ ਉਹਦੇ ਵਿੱਚ ਬੜੀ ਆਪਣੇ ਆਪ ਉੱਤੇ ਸਰਚ ਕੀਤੀ। ਫਿਰ ਪਤਾ ਚੱਲਿਆ, ਮੈਂ ਕਹਿੰਦੀ ਹੁੰਦੀ ਸੀ ਜੀ ਬਈ ਬਸ ਇੱਕ ਕਰਵਾ ਚੌਥ ਦਾ ਵਰਤ ਰੱਖ ਲਿਆ ਬਹੁਤ ਹੋ ਗਿਆ ਜੀ, ਬਸ ਇਸ ਤੋਂ ਉੱਤੇ ਨਹੀਂ ਰੱਖ ਸਕਦੇ। ਆਤਮਿਕ ਸ਼ਕਤੀ ਨਹੀਂ ਸੀ ਅੰਦਰ। ਧੀਰੇ 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 ਸਮਝ ਆਇਆ ਕਿ व्रत उपवास ਕੋਈ ਜ਼ਬਰਦਸਤੀ ਵਾਲੀ ਚੀਜ਼ ਨਹੀਂ ਨੇ। ਅਰੇ ਬਈ ਇਹ ਤੇ ਸਾਡੇ ਅੰਦਰੋਂ ਸਾਨੂੰ ਡੀਟੌਕਸੀਫਾਈ ਕਰਦੇ ਪਏ ਨੇ। ਜਦ ਤੱਕ ਅਸੀਂ ਅੰਦਰੋਂ ਡੀਟੌਕਸੀਫਾਈ ਸਾਡਾ ਸਰੀਰ ਨਹੀਂ ਹੋਏਗਾ, ਅਸੀਂ ਇੰਨੀ ਜਲਦੀ ਪ੍ਰਗਤੀ ਨਹੀਂ ਕਰ ਸਕਦੇ। ਹਰ ਵਕਤ ਪੰਜਾਬੀ ਫੈਮਿਲੀ 'ਚ ਰਹਿਣ ਨਾਲ ਫੂਡੀ, ਹਰ ਵਕਤ ਜੇ व्रत ਰੱਖਿਆ ਤੇ ਖਾਣੇ 'ਚ ਧਿਆਨ। ਆਏ ਬਈ ਮੈਨੂੰ ਭੁੱਖ ਲੱਗ ਜਾਏਗੀ, ਮੈਂ ਸਕੂਲ ਜਾਂਦੇ ਹੋਏ ਡੱਬੀ 'ਚ ਇਹ ਵੀ ਪਾ ਕੇ ਲੈ ਜਾਵਾਂ, ਇਹ ਵੀ ਪਾ ਕੇ ਲੈ ਜਾਵਾਂ। ਮੈਂ ਤੁਹਾਨੂੰ ਛੋਟੀ ਛੋਟੀ ਗੱਲਾਂ ਦੱਸ ਰਹੀ ਹਾਂ ਜਿਹਦੇ 'ਚ ਮੈਂ ਰੋਜ਼ ਫੇਲ ਹੁੰਦੀ ਸੀ, ਰੋਜ਼ ਫੇਲ ਹੁੰਦੀ ਸੀ। ਫਿਰ ਖਾ ਪੀ ਲੈਣਾ ਔਰ ਫਿਰ ਇਹ ਮਨ ਵਿੱਚ ਸੋਚਣਾ ਕਿ ਅਰੇ ਬਈ ਇਹ ਤੇ ਧਿਆਨ ਵਿੱਚ ਬੈਠਿਆ ਨਹੀਂ ਜਾ ਰਿਹਾ। ਆਪਣੀ ਚੀਜ਼ਾਂ ਨੂੰ ਧੀਰੇ ਧੀਰੇ ਇਸ ਤਰ੍ਹਾਂ ਕੰਟਰੋਲ ਕਰਨਾ ਸ਼ੁਰੂ ਕੀਤਾ। ਖਾਣ ਦਾ ਮਾਸਟਰਸ ਸਾਡੇ ਸਰੀਰ ਤੇ ਬਹੁਤ ਫਰਕ ਪੈਂਦਾ ਹੈ। ਅੱਜ ਕੋਈ ਵੀ ਦਿਨ ਤਿਉਹਾਰ, ਕੋਈ व्रत ਹੋਏ, ਕੋਈ ਉਪਵਾਸ ਹੋਏ, ਮੈਂ ਤੁਹਾਨੂੰ ਦੱਸ ਹੀ ਨਹੀਂ ਸਕਦੀ, ਮੈਨੂੰ ਕੋਈ ਫਰਕ ਨਹੀਂ ਪੈਂਦਾ ਹੁਣ। ਨਾਰਮਲ ਡੇਜ਼ ਦੀ ਤਰ੍ਹਾਂ ਲੱਗਦੇ ਨੇ ਕਿ ਜਿਸ ਤਰ੍ਹਾਂ ਅੱਜ ਅਚਾਨਕ ਹੀ ਕਿਸੇ ਨੂੰ ਕੋਈ ਮੈਨੂੰ ਦੱਸ ਦੇ ਕਿ ਜਿਸ ਤਰ੍ਹਾਂ ਹੁਣ ਮੈਂ ਕੱਲ ਪਰਸੋਂ ਇਕਾਦਸ਼ੀ ਦਾ व्रत ਰੱਖਿਆ ਫਰੂਟਸ ਦੇ ਨਾਲ, ਨਹੀਂ ਤੇ ਮੈਂ ਨਿਰਾਹਾਰ ਨਿਰਜਲਾ ਰੱਖਣ ਸ਼ੁਰੂ ਕਰ ਦਿੱਤਾ। ਪਹਿਲੇ 12 ਵਜੇ ਤੱਕ ਸੋਚਿਆ ਪਾਣੀ ਨਹੀਂ ਪੀਣਾ, ਫਿਰ ਅਗਲੀ ਵਾਰ ਕਿਹਾ ਹੁਣ 6 ਵਜੇ ਤੱਕ, ਸ਼ਾਮ ਦੇ 6 ਵਜੇ ਤੱਕ ਨਹੀਂ ਪੀਣਾ। ਸਕੂਲ ਜਾਣਾ ਵੀ, ਸਾਰੇ ਕਲਾਸਾਂ ਲੈਣੀਆਂ ਵੀ, ਵੀਕਨੈਸ ਲੱਗਦੀ ਸੀ, ਲੇਕਿਨ ਉਸ ਦਿਨ ਨੂੰ ਥੋੜਾ ਜਿਹਾ ਮੈਨੇਜ ਕਰ ਲਿਆ। 6 ਵਜੇ ਤੋਂ ਬਾਅਦ ਆ ਕਰਕੇ व्रत ਵਾਲਾ ਜੋ ਵੀ ਤੁਸੀਂ ਖਾ ਸਕਦੇ ਸੀ ਉਹ ਧੀਰੇ ਧੀਰੇ ਖਾਇਆ। ਇਹ 2 ਦੇ ਨਾਲ ਮਨ ਲੱਗਿਆ ਕਿ ਮੇਰੀ ਆਤਮਿਕ ਸ਼ਕਤੀ ਬਹੁਤ ਵਧਦੀ ਚਲੀ ਜਾ ਰਹੀ ਹੈ। ਇਹ ਸਮਝ ਆਣਾ ਸ਼ੁਰੂ ਹੋਇਆ ਕਿ ਸਰੀਰ ਹਲਕਾਪਨ, ਵਜਨ ਦੇ ਇਲਾਵਾ ਜਿਹੜੇ ਸਰੀਰ ਦੀ ਸਾਡੇ ਅੰਦਰ ਜਿਹੜੀ ਸਫੁਰਤੀ ਹੈ ਉਹ ਬਹੁਤ ਬਣੀ ਰਹਿੰਦੀ ਹੈ। ਜੇ ਅਸੀਂ ਖਾਣ ਪੀਣ ਦੀ ਚੀਜ਼ਾਂ ਦੇ ਉੱਤੇ ਬਹੁਤ ਜ਼ਿਆਦਾ ਧਿਆਨ ਦਈਏ, ਉਹ ਸਾਡੇ ਉੱਤੇ ਕਿਸ ਤਰ੍ਹਾਂ ਚਮਤਕਾਰ ਕਰਦੀਆਂ ਨੇ ਸਾਡੀ ਬੋਡੀ ਦੇ ਉੱਤੇ, ਅਸੀਂ ਇਹ ਚੀਜ਼ ਦੇਖਣਾ ਹੀ ਨਹੀਂ ਚਾਹੁੰਦੇ, ਸਮਝਣਾ ਹੀ ਨਹੀਂ ਚਾਹੁੰਦੇ। ਉਹ ਨਹੀਂ ਜੀ ਨਹੀਂ, ਅਸੀਂ ਭੁੱਖਾ ਰਹਿ ਹੀ ਨਹੀਂ ਸਕਦੇ, ਉਹ ਮੈਨੂੰ ਵੀਕਨੈਸ ਆ ਜਾਂਦੀ ਹੈ, ਉਹ ਮੈਂ 36 ਦਵਾਈਆਂ ਖਾਣੀਆਂ ਹੁੰਦੀਆਂ। ਬਹੁਤ ਬਹਾਨੇ ਨੇ ਸਾਡੇ ਕੋਲ, ਇਹ ਦਵਾਈਆਂ ਤੱਕ ਹੀ ਤੇ ਛੁੱਟ ਜਾਂਦੀਆਂ ਨੇ। ਇੱਕ ਵਾਰ ਸ਼ੁਰੂ ਕਰਨ ਦੀ ਦੇਰ ਹੈ ਔਰ ਆਤਮਿਕ ਸ਼ਕਤੀ ਵਧੇਗੀ ਇਨ ਚੀਜ਼ਾਂ ਨਾਲ। ਹੋਰ ਕੋਈ ਜਾਦੂ ਦੀ ਛੜੀ ਨਹੀਂ ਘੁੰਮੇਗੀ। ਇਹ ਐਡੇ ਸਾਲਾਂ ਤੋਂ ਰੋਜ਼ ਉੱਠਣਾ, ਰੋਜ਼ ਗਿਰਨਾ, ਅਧਿਆਤਮ ਜਗਤ ਵਿੱਚ ਇੱਕ ਚੀਜ਼ ਮਨ ਸਮਝ ਆ ਗਈ, ਬਹੁਤ ਧੀਰੇ ਧੀਰੇ ਪ੍ਰਗਤੀ ਹੁੰਦੀ ਹੈ। ਤੁਹਾਨੂੰ ਲੋਕ ਕਮੈਂਟਸ ਕਰਨ ਸ਼ੁਰੂ ਕਰਨਗੇ, ਇਹ ਤੇ ਬੜੇ ਪਖੰਡ ਕਰਦੇ ਨੇ, ਇਹ ਤੇ ਬੜੇ ਢੋਂਗ ਕਰਦੇ। ਕੀ ਫਰਕ ਆਇਆ ਤੁਹਾਡੇ 'ਚ? ਕੋਈ ਫਰਕ ਨਹੀਂ ਆਇਆ। ਸਭ ਤੋਂ ਪਹਿਲੇ ਤੇ ਤੁਹਾਡੇ ਘਰ ਦੇ ਬੰਦੇ ਹੀ ਤੁਹਾਨੂੰ ਕਹਿ ਦਿੰਦੇ ਨੇ। ਕੀ ਤੁਹਾਡੇ 'ਚ ਫਰਕ ਆਇਆ? ਉਹ ਤੁਹਾਨੂੰ ਕਈ ਵਾਰ ਅੰਦਰ ਹੀ ਅੰਦਰ ਸ਼ਰਮਿੰਦਗੀ ਦਿੰਦਾ ਸੀ ਮਨ ਕਿ ਇਹ ਕਹਿੰਦੇ ਤੇ ਠੀਕ ਨੇ। ਔਰ ਹੁਣ ਆਪਣੀ ਜ਼ਿੰਦਗੀ ਦਾ ਏਮ ਇਹ ਬਣਾ ਲਿਆ ਵੇ, ਜ਼ਿੱਦ ਹੈ, ਇਸ ਰਸਤੇ 'ਚ ਅੱਗੇ ਵਧਣਾ ਹੈ ਔਰ ਇਸੇ ਜਨਮ ਵਿੱਚ ਆਤਮਬੋਧ ਪ੍ਰਾਪਤ ਕਰਨਾ ਹੈ। ਆਤਮਬੋਧ ਪ੍ਰਾਪਤ ਕਰਨ ਵਾਸਤੇ ਬੜੀ ਤਪੱਸਿਆ, ਸਭ ਤੋਂ ਵੱਡੀ ਚੀਜ਼ ਦੱਸਾਂ, ਆਤਮ ਅਨੁਸ਼ਾਸਨ। ਮੇਰੇ ਘਰ ਵਿੱਚ ਮੈਂ ਜੁਆਇੰਟ ਫੈਮਿਲੀ 'ਚ ਰਹਿੰਦੀ ਹਾਂ। ਸਾਰਿਆਂ ਨਾਲ ਜਿਸ ਤਰ੍ਹਾਂ ਰਿਸ਼ਤੇ ਨਿਭਾਉਂਦੇ ਨੇ, ਕਰਦੇ ਨੇ, ਉਹ ਤੁਸੀਂ ਸਭ ਦੇਖਦੇ ਹੋ। ਮਦਰ ਇਨ ਲॉ ਨੇ, ਫਾਦਰ ਇਨ ਲॉ ਨੇ, ਦੇਵਰ ਦੇਵਰਾਨੀ, ਬੱਚੇ ਸਭ ਨੇ।
ਧੀਰੇ ਧੀਰੇ ਮੈਂ ਕਹਿੰਦੀ ਹਾਂ ਸਾਰੀ ਚੀਜ਼ਾਂ ਦੀ ਸ਼ੁਰੂਆਤ ਆਪਣੇ ਪਰਿਵਾਰ ਤੋਂ ਹੁੰਦੀ ਹੈ। ਜੇ ਘਰ ਦੇ ਬੰਦੇ ਕਹਿੰਦੇ ਨੇ ਨਾ ਜੀ ਤੁਸੀਂ ਚੰਗੇ ਹੋ ਤੇ ਸਮਝੋ ਚੰਗੇ ਹੋ, ਬਾਹਰਲਿਆਂ ਨਾਲ ਤੇ ਹਰ ਕੋਈ ਚੰਗਾ ਬਣ ਕੇ ਆ ਜਾਂਦਾ। ਜੇ ਘਰ ਦੇ ਬੰਦਿਆਂ ਨੂੰ ਤੁਸੀਂ ਨਹੀਂ ਪੁੱਛਿਆ, ਜੇ ਉਹਨਾਂ ਨੂੰ ਲੋੜ ਹੈ, ਵੱਡਿਆਂ ਨੂੰ ਸਾਡੀ ਲੋੜ ਹੈ, ਛੋਟਿਆਂ ਨੂੰ ਸਾਡੇ ਪਿਆਰ ਦੀ ਲੋੜ ਹੈ, ਜੇ ਉਹਨਾਂ ਨਾਲ ਨਾ ਕੁਝ ਅਸੀਂ ਚੰਗਾ ਕੀਤਾ ਕੀ ਫਰਕ ਪੈਂਦਾ ਵੇ? ਬਾਹਰਲਿਆਂ ਨੇ ਸਾਡੀ ਵਾਹ ਵਾਹੀ ਕਰ ਦਿੱਤੀ। ਔਖਾ ਕੰਮ ਤੇ ਸ਼ੁਰੂ ਹੁੰਦਾ ਆਪਣੇ ਪਰਿਵਾਰ ਤੋਂ, ਆਪਣੇ ਤੋਂ ਨੀਵੇਂ ਬੰਦਿਆਂ ਨਾਲ। ਬੰਦੇ ਦੀ ਟੈਂਡੈਂਸੀ ਹੈ ਜਿਹੜਾ ਸਾਡੇ ਤੋਂ ਨੀਵਾਂ ਹੈ ਨਾ, ਅਸੀਂ ਉਹਨੂੰ 2 ਸ਼ਬਦ ਉੱਚੇ ਵੀ ਬੋਲ ਜਾਂਦੇ ਹਾਂ। ਪਰਖ ਤੇ ਮਾਸਟਰਸ ਉੱਥੇ ਹੁੰਦੀ ਹੈ। ਤੁਸੀਂ ਘਰ ਦੀ ਡੋਮੈਸਟਿਕ ਹੈਲਪਸ ਨਾਲ ਦੇਖੋ ਅਸੀਂ ਕਿਸ ਤਰ੍ਹਾਂ ਗੱਲ ਕਰਦੇ ਹਾਂ। ਬਿਨਾਂ ਜਾਗਰੂਕਤਾ ਲਿਆਏ, ਬਿਨਾਂ ਆਤਮ ਅਨੁਸ਼ਾਸਨ ਲਿਆਏ, ਬਿਨਾਂ ਭੋਜਨ ਦੇ ਉੱਤੇ ਧਿਆਨ ਦਿੱਤੇ ਪ੍ਰਗਤੀ ਨਹੀਂ ਹੋਏਗੀ। ਇਹ ਜਿੰਨੇ ਮਰਜ਼ੀ ਤੁਸੀਂ ਕਹਿ ਦੋ ਮੈਂ ਧਿਆਨ ਕਰਿਆ, ਮੈਂ ਇਹ ਜਿਹੜਾ ਵੇ ਲੋਕਾਂ ਨਾਲ ਮਿਲ ਕੇ ਆਈ, ਥੋੜੀ ਦੇਰ ਦੇ ਅਸਰ ਜੇ ਪਰਮਾਨੈਂਟ ਆਪਣੇ ਚ ਤੁਸੀਂ ਚੇਂਜ ਲੈ ਕੇ ਆਣਾ ਚਾਹੁੰਦੇ ਹੋ, ਇੱਕ ਆਪਣੀ ਡਾਇਰੀ ਬਣਾਓ। ਉਹਦੇ ਚ ਡੇਟ ਵਾਈਜ਼ ਜਿਹੜਾ ਵੀ ਤੁਹਾਡੀ ਜ਼ਿੰਦਗੀ ਦਾ ਕੋਈ ਇਨਸੀਡੈਂਟ ਹੁੰਦਾ ਹੈ ਨਾ, ਤੁਸੀਂ ਉਹਨੂੰ ਨੋਟ ਡਾਊਨ ਕਰੋ। ਜਦ ਤੁਸੀਂ ਕਦੀ ਕਦਾਰ ਉਨ ਡੇਟਸ ਨੂੰ ਪੜੋਗੇ, ਉਹਨਾਂ 'ਚ ਆਪਣੀ ਚੀਜ਼ਾਂ ਨੂੰ ਨੋਟ ਡਾਊਨ ਕਰੋਗੇ ਤੇ ਤੁਹਾਨੂੰ ਪਤਾ ਚੱਲੇਗਾ ਓਹੋ ਇਹ ਕਿੰਨਾ ਵੱਡਾ, ਬੜੀ ਸਾਰੀ ਚੀਜ਼ਾਂ ਤੁਹਾਨੂੰ ਧੀਰੇ ਧੀਰੇ ਜ਼ਿੰਦਗੀ ਦੇ ਪੜਾਵਾਂ 'ਚ ਜਦ ਤੁਸੀਂ ਪੁਰਾਣੀਆਂ ਡੇਟਾ ਨੂੰ ਨੋਟ ਕਰਕੇ ਆਪਣੀ ਜ਼ਿੰਦਗੀ ਦੇ ਬਦਲਾਵਾਂ 'ਚ ਲਿਆਉਣ ਲਈ ਤੁਸੀਂ ਕਰੋਗੇ, ਦੇਖਣਾ ਤੁਹਾਨੂੰ ਸਮਝ ਆਏਗਾ ਇਹ ਕੀ ਸਟੈਪ ਸੀ ਔਰ ਸਾਡੀ ਜ਼ਿੰਦਗੀ 'ਚ ਇਹ ਇਸ ਸਮੇਂ ਇਹ ਕਿਸ ਲੈਸਨ ਦੀ ਕੀ ਜ਼ਰੂਰਤ ਸੀ ਔਰ ਅਸੀਂ ਕਿਸ ਤਰ੍ਹਾਂ ਅੱਗੇ ਵਧੇ ਹਾਂ। ਬਹੁਤ ਹੈਲਪ ਕਰਦਾ ਹੈ। ਬਹੁਤ ਕੁਝ ਗਿਆਨ ਅਸੀਂ ਅੰਦਰ ਪਾ ਰਹੇ ਹਾਂ, ਲੇਕਿਨ ਜਦ ਅਸੀਂ ਧਿਆਨ ਵਿੱਚ ਬੈਠਦੇ ਹਾਂ ਤੇ ਬਾਹਰ ਉਸ ਤੋਂ ਜਿਹੜਾ ਬਾਹਰ ਨਿਕਾਲਣਾ ਵੇ ਤੇ ਜਾਪ ਜਿਹੜਾ ਵਿਚਾਰਾਂ ਦਾ ਅੰਦਰ ਹੈਗਾ ਵੇ, ਧਿਆਨ ਦੇ ਥਰੂ ਬਾਹਰ ਨਿਕਲਦਾ ਹੈ। ਕਈ ਵਾਰ ਬੈਠੇ ਬੈਠੇ ਅਯੋ ਜੀ ਗੱਲਾਂ, ਅਯੋ ਜਿਹਾ ਗੁੱਸਾ ਵੀ ਤੁਹਾਡਾ ਕਦੀ ਵੱਧ ਸਕਦਾ ਹੈ। ਕਦੀ ਜਦ ਜਾਗਰੂਕ ਹੋਗੇ ਨਾ, ਬੈਠੋਗੇ ਧਿਆਨ ਵਿੱਚ, ਤਾਂ ਤੁਹਾਨੂੰ ਸਮਝ ਵਿੱਚ ਆਏਗਾ। ਧੀਰੇ ਧੀਰੇ ਜਿਹੜੀ ਨੀਚੇ ਬੈਠੀਆਂ ਚੀਜ਼ਾਂ ਨੇ ਉਹਨਾਂ 'ਚ ਹਲਚਲ ਹੋਣੀ ਸ਼ੁਰੂ ਹੁੰਦੀ ਹੈ। ਉਹਦੇ 'ਚ ਘਬਰਾਣਾ ਨਾ, ਇਹ ਫਰਕ ਆ ਰਿਹਾ ਤੁਹਾਡੇ ਅੰਦਰ। ਜੇ ਤੁਹਾਡੇ ਗੁੱਸਾ, ਤੁਸੀਂ ਜੇ ਗੁੱਸੈਲ ਹੈਗੇ ਹੋ, ਤੁਸੀਂ ਐਡੇ ਐਡੇ ਟਾਈਮ ਤੱਕ ਗੁੱਸਾ ਰਹਿੰਦੇ ਸੀ, ਲੇਕਿਨ ਉਹ ਸੈਕਿੰਡਸ ਵਿੱਚ ਆਣਾ ਸ਼ੁਰੂ ਹੋ ਗਿਆ, ਉਹਦੀ ਤੁਸੀਂ ਫ੍ਰੀਕੁਐਂਸੀ ਘੱਟ ਕਰਕੇ ਸੈਕਿੰਡਸ ਵਿੱਚ ਲੈ ਆਇਓ, ਤੇ ਇਹ ਤੁਹਾਡੀ ਜੀਤ ਹੈ। ਇਹ ਧਿਆਨ ਦਾ ਤੁਹਾਡੇ 'ਚ ਚੇਂਜ ਆ ਰਿਹਾ ਵੇ। ਬਾਕੀ ਗਰੁੱਪ ਮੈਡੀਟੇਸ਼ਨ ਵਿੱਚ ਬਹੁਤ ਜ਼ਬਰਦਸਤ ਅਸਰ ਪੈਂਦਾ ਹੈ। ਔਰ ਤੁਹਾਨੂੰ ਇੱਕ ਚੀਜ਼ ਇਹ ਵੀ ਦੱਸਦਾ, ਜਿਸ ਦਿਨ ਤੁਸੀਂ ਜਾਗਰੂਕਤਾ ਦੇ ਨਾਲ ਕੋਈ ਚੀਜ਼ ਸੁਣੀ ਜਾਂ ਸਮਝੀ ਜਾਂ ਨਹੀਂ, ਤੁਹਾਡੇ ਗਰੁੱਪ ਦੇ ਅੰਦਰ ਜਿਹੜੇ ਤੁਹਾਡੇ ਰੈਗੂਲਰ ਮੈਂਬਰਸ ਨੇ, ਯਦि ਕਿਸੇ ਦਿਨ ਉਸ ਬੰਦੇ ਦੀ ਨੈਗੇਟਿਵਿਟੀ ਦਾ ਲੈਵਲ ਬਹੁਤ ਜ਼ਿਆਦਾ ਵੇ, ਉਹ ਪੂਰੇ ਗਰੁੱਪ ਦੇ ਅੰਦਰ ਟ੍ਰਾਂਸਫਰ ਹੋਏਗਾ। ਉਸ ਦਿਨ ਤੁਹਾਨੂੰ ਹਲਚਲ ਬੈਠਣ ਲੱਗੀ ਹੋਏਗੀ। ਜੇ ਉਹਦੇ ਉਸ ਗਰੁੱਪ ਦੇ ਅੰਦਰ ਬੜੇ ਸਾਰੇ ਸੀਨੀਅਰ ਮਾਸਟਰਸ ਵੀ ਹੈਗੇ ਨੇ, ਤਾਂ ਉਹਨਾਂ ਦਾ એનર્ਜੀ ਫਲੋ ਤੁਹਾਡੇ ਗਰੁੱਪ ਮੈਡੀਟੇਸ਼ਨ ਨੂੰ ਬੈਲੈਂਸ ਕਰ ਲਏਗਾ। ਇਹ ਤੁਸੀਂ ਜਦ ਕਦੀ ਬੈਠੋ ਧਿਆਨ ਨਾਲ, ਇਹ ਚੀਜ਼ ਦੇਖਣਾ। ਇਹ ਗੱਲਾਂ ਨੂੰ ਜਦ ਤੱਕ ਤੁਸੀਂ ਨੋਟ ਡਾਊਨ ਨਹੀਂ ਕਰੋਗੇ, ਮੈਂ ਤੁਹਾਨੂੰ ਕਿਹਾ ਨਾ, ਅਵੇਅਰਨੈਸ ਵੱਧਦੀ ਹੈ। ਇੱਕ ਟਾਈਮ ਵਿੱਚ ਇੰਨੀ ਜ਼ਬਰਦਸਤ ਅਵੇਅਰਨੈਸ, ਜਿਸ ਦਿਨ ਤੁਹਾਡੀ ਅਵੇਅਰਨੈਸ ਵਧੀ, ਸਾਰੀ ਗੇਮ ਹੀ ਅਵੇਅਰਨੈਸ ਦੀ ਹੈਗੀ ਹੈ। ਆਪਣੇ ਆਪ ਉਤਲੀਆਂ ਸੀੜੀਆਂ ਚੜ੍ਹਦੇ ਚਲੇ ਜਾਓਗੇ। ਤੁਸੀਂ ਕਹੋ ਜੀ ਮੈਂ ਤੇ ਸਵੇਰੇ ਧਿਆਨ ਕਰਦੀ ਹਾਂ 1 ਘੰਟਾ, ਉਸ ਘੰਟੇ ਦਾ ਅਸਰ ਅਗਲੇ ਘੰਟੇ ਤੱਕ ਰਿਹਾ, ਬਾਕੀ ਦੇ 22 ਘੰਟੇ ਆਪਣੀ ਮਰਜ਼ੀ ਨਾਲ ਉਹ ਜਿਹੜੀ ਚੀਜ਼ਾਂ 'ਚ ਬਦਲਾਵ ਆਇਆ ਹੀ ਨਹੀਂ, ਤੇ ਉਹ ਘੰਟਾ ਵੀ ਜ਼ੀਰੋ। ਬੜੀ ਕੜਵੀ ਸੱਚਾਈ ਹੈਗੀ ਜੇ। ਸਾਰੀਆਂ ਚੀਜ਼ਾਂ ਤੇ ਇਕੱਠਾ ਕੰਮ ਕਰਨਾ ਹੈ, ਇਕੱਠਾ ਅਟੈਕ ਕਰਨਾ ਹੈ। ਯਦि ਤੁਸੀਂ ਆਪਣੇ ਪੂਰਵ ਜਨਮਾਂ ਦੇ ਸੰਚਿਤ ਕਰਮਾਂ, ਇਹ ਆੜੇ ਆਣਗੇ ਔਰ ਆਸਾਨ ਨਹੀਂ ਹੈ। ਮੈਂ ਕੋਈ ਇਹ ਨਹੀਂ ਕਹਿ ਰਹੀ ਅਸੀਂ ਬਹੁਤ ਵੱਡੇ ਰਿਸ਼ੀ ਮੁਨੀ ਬਣ ਜਾਈਏ ਨਾ, ਇਹ ਅਸੀਂ ਆਪਣੀ ਯਾਤਰਾ ਕਰ ਰਹੇ ਹਾਂ, ਕਿਸੇ ਦੂਜੇ ਦੇ ਅਹਿਸਾਨ ਨਹੀਂ ਕਰ ਰਹੇ।
ਆਪਣੇ ਤੇ ਅਹਿਸਾਨ ਕਰ ਰਹੇ ਹਾਂ। ਮੈਂ ਕੋਈ ਇੱਥੇ ਲੈਕਚਰ ਦੇਣ ਵਾਸਤੇ ਨਹੀਂ ਬੈਠੀ, ਮੈਂ ਕੋਈ ਕਿਸੇ ਮੇਰੇ ਤੋਂ ਬੜੇ ਅਨੁਭਵੀ ਬੰਦੇ ਇਹਦੇ ਗਰੁੱਪ ਵਿੱਚ ਹੋਣਗੇ, ਮੈਂ ਤੁਹਾਨੂੰ ਆਪਣੀ ਯਾਤਰਾ ਦਾ ਦੱਸ ਰਹੀ ਹਾਂ ਕਿ ਬੀਇੰਗ ਅ ਪੰਜਾਬੀ ਫੈਮਿਲੀ 'ਚ ਰਹਿਣ ਨਾਲ ਬਚਪਨ ਤੋਂ ਕੀ ਗੱਲਾਂ ਮੇਰੇ ਆੜੇ ਆਉਂਦੀਆਂ ਸੀ, ਕੀ ਚੀਜ਼ਾਂ ਮੇਰੇ ਆੜੇ ਆਉਂਦੀਆਂ ਸੀ। ਫੂਡ, ਕੁਕਿੰਗ ਦਾ ਸ਼ੌਂਕ ਜਿਸ ਤਰ੍ਹਾਂ ਉਹ ਚੀਜ਼ਾਂ ਵਧੀਆਂ ਚਲੀਆਂ, ਜਿਹੜੀ ਚੀਜ਼ਾਂ ਪਰਿਵਾਰ ਵਾਸਤੇ ਤੁਸੀਂ ਬਣਾਉਂਦੇ ਹੋ ਤੇ ਬੰਦੇ ਦਾ ਦਿਲ ਕਰਦਾ ਆਪ ਵੀ ਖਾ ਕੇ ਵੇਖਾਂ, ਖਾਓ, ਕੋਈ ਹਰਜ ਨਹੀਂ ਹੈ। ਲੇਕਿਨ ਭੋਜਨ ਦੀ ਸਾਤਵਿਕਤਾ ਦਾ ਬੜਾ ਫਰਕ ਪੈਂਦਾ ਹੈ। यदि ਤੁਹਾਡੇ ਘਰ ਵਿੱਚ ਕੁੱਕ ਨੇ, ਡੋਮੈਸਟਿਕ ਹੈਲਪ ਨੇ, ਉਹ ਕੁਝ ਤੁਹਾਡੇ ਉਹਦੇ ਚ ਹੈਲਪ ਕਰ ਰਹੀਆਂ, ਇਸ ਚੀਜ਼ ਦਾ ਧਿਆਨ ਰੱਖ ਕੇ ਚੱਲਣਾ, ਉਹਦੀ ਚੀਜ਼ਾਂ ਦੀ એનર્ਜੀ ਔਰ ਵਾਈਬ੍ਰੇਸ਼ਨਸ ਵੀ ਉਹਦੇ ਚ ਆਣਗੀਆਂ। ਫਿਰ ਮੈਂ ਸੋਚਦੀ ਸੀ ਕਿ ਏਦਾਂ ਕੀ ਕਟਾਵ ਹੈਗਾ ਵੇ। ਬੜੇ ਲੋਕਾਂ ਨਾਲ ਮਿਲੀ ਕਿ ਬਈ ਭੋਜਨ ਦੇ ਕਈ ਵਾਰ ਅਸੀਂ ਜਿਹੜੇ ਨੇ ਡੋਮੈਸਟਿਕ ਹੈਲਪਸ ਜਾਂ ਕੁੱਕ ਘਰ ਵਿੱਚ ਆਉਂਦੇ ਨੇ, ਇਹਦਾ ਕਾਟ ਕੀ ਹੈਗਾ ਵੇ। ਤੇ ਕਦੀ ਨਾ ਕਦੀ ਹੈਲਪ ਲੈਣੀ ਪੈਂਦੀ ਹੋਏਗੀ। ਰਾਜਾ ਮਹਾਰਾਜਾ ਦੇ ਉੱਥੇ ਵੀ ਤੇ ਰਸੋਈਏ ਹੁੰਦੇ ਹੋਣਗੇ। ਬੜਾ ਸੋਚਦੀ ਹੁੰਦੀ ਸੀ। ਫਿਰ ਪਤਾ ਚੱਲਿਆ ਜੀ, ਜਦ ਰੋਟੀ ਸਾਹਮਣੇ ਆਂਦੀ ਹੈ, 2 ਮਿੰਟ ਅੱਖਾਂ ਬੰਦ ਕਰਕੇ ਉਸ ਈਸ਼ਵਰ ਨੂੰ ਕਹੋ ਤੇਰਾ ਪ੍ਰਸ਼ਾਦ ਗ੍ਰਹਿਣ ਕਰਨੀ ਆ, ਤੂੰ ਭੋਗ ਲਗਾ, ਉਸ ਤੋਂ ਬਾਅਦ ਮੈਂ ਲਗਾ ਰਹੀ ਹਾਂ, ਤੂੰ ਇਹਨੂੰ ਅੰਮ੍ਰਿਤ ਬਣਾ। हे परमेश्वर, तू इनू अमृत बना और ए अमृत बन के मेरे शरीर विच उतरे। एडा टाइम किदे कोल हुंदा सी। मैं कदी नहीं ਇਹ ਚੀਜ਼ਾਂ ਦੀ ਸ਼ੁਰੂਆਤ ਕੀਤੀ ਸੀ। ਬਹੁਤ ਬਚਪਨ ਵਿੱਚ ਜਦ ਤੱਕ ਵੱਡੇ ਹੈਗੇ ਸੀ, ਉਹ ਕਹਿੰਦੇ ਸੀ ਪੁੱਤਰ 2 ਮਿੰਟ ਅੱਖਾਂ ਬੰਦ ਕਰਕੇ ਰੱਬ ਦਾ ਨਾਮ ਲੈ ਲਓ। ਸਭ ਭੁਲਾ ਗਏ ਜੀ ਵੱਡੇ ਹੋਣ ਆਉਣ ਤੱਕ। ਮੁੜ ਉਨ ਚੀਜ਼ਾਂ ਦੇ ਉੱਤੇ ਹੁਣ ਜਦ ਸਾਡੀ ਏਜ ਆਈ ਹੈ, ਫਿਰ ਉਹ ਗੱਲਾਂ ਸੁਣੀਆਂ ਹੋਈਆਂ ਤੇ ਸੀ, ਲੇਕਿਨ ਗੁੜੀਆਂ ਨਹੀਂ ਸੀ, ਆਪਣੇ ਚ ਉਤਾਰੀਆਂ ਨਹੀਂ ਸੀ। 2 ਮਿੰਟ यदि ਤੁਸੀਂ ਕਿੱਥੇ ਵੀ ਬਾਹਰ ਜਾਂਦੇ ਹੋ, ਸਭ ਤੋਂ ਜ਼ਿਆਦਾ ਧਿਆਨ ਰੱਖਣਾ ਪਾਣੀ ਦੀ ਵਾਈਬ੍ਰੇਸ਼ਨਸ ਬਹੁਤ ਤੇਜ਼ ਹੁੰਦੀਆਂ ਨੇ। ਜੇ ਤੁਸੀਂ ਪਾਣੀ ਆਪਣੇ ਟੇਬਲ ਤੇ ਰੱਖਿਆ ਹੋਇਆ ਛੋੜਿਆ, ਗੱਲਾਂ ਬਾਤਾਂ ਕਰਦੇ ਰਹੇ, ਪਾਣੀ ਤੁਸੀਂ ਕੋਈ ਵੀ ਨੈਗੇਟਿਵ ਚੀਜ਼ ਉੱਥੇ ਬੋਲੀ, ਪਾਣੀ ਦੀ ਵਾਈਬ੍ਰੇਸ਼ਨਸ ਐਡੀਆਂ ਤੇਜ਼ ਨੇ, ਪਾਣੀ ਉਹਨੂੰ ਆਪਣੇ ਚ ਸੋਖ ਲੈਂਦਾ। ਕਿਸੇ ਨੂੰ ਬਾਹਰ ਕਹਿਣ ਦੀ ਲੋੜ ਨਹੀਂ, ਕਿਸੇ ਦੇ ਘਰ ਵੀ ਜਾਓ, ਕੁਛ ਵੀ ਜਾਓ, ਤੁਸੀਂ ਕਿਸੇ ਅੱਗੇ ਕੋਈ ਗੱਲ ਨਹੀਂ ਕਰਨੀ। ਤੁਸੀਂ ਸਾਧਕ ਹੋ ਜੀ। ਹੁਣ ਆਪਣੇ ਮਨ ਵਿੱਚ ਚੁੱਪ ਚਪੀਤੇ, ਕਿਸੇ ਨੂੰ ਕੁਝ ਪਤਾ ਹੀ ਨਾ ਚੱਲੇ, 2 ਮਿੰਟ ਜਿਹੜੀ ਵੀ ਚੀਜ਼ ਗ੍ਰਹਿਣ ਕਰਨ ਲੱਗੇ ਹੋ, ਈਸ਼ਵਰ ਨੂੰ ਪ੍ਰਾਰਥਨਾ ਕਰੋ ਔਰ ਉਸ ਤੋਂ ਬਾਅਦ ਉਹਨੂੰ ਗ੍ਰਹਿਣ ਕਰੋ। ਤੁਹਾਡਾ ਬਚਾਵ ਹੋਏਗਾ। ਪਾਣੀ ਬੜਾ ਸੋਚ ਸਮਝ ਕੇ ਰੱਖੋ। ਰੱਖਿਆ ਹੋਇਆ ਪਾਣੀ ਬੜੀ ਦੇਰ ਦਾ, ਔਰ ਤੁਸੀਂ ਗੱਲਾਂ ਬਾਤਾਂ ਨੈਗੇਟਿਵ ਕਰਦੇ ਪਏ ਹੋ, ਨਾ ਕਰੋ। ਪਾਣੀ ਨੂੰ ਢੱਕ ਕੇ ਰੱਖੋ। ਕੋਸ਼ਿਸ਼ ਕਰੋ ਆਪਣੇ ਘਰ ਦਾ ਪਾਣੀ, ਆਪਣਾ ਖਾਣਾ, ਧੀਰੇ ਧੀਰੇ ਬਾਹਰ ਦਾ ਖਾਣਾ ਘੱਟ ਕਰ ਦੋ। ਚਲਨ ਬਣ ਗਿਆ ਜੀ, ਸੈਟਰਡੇ ਸੰਡੇ ਬਾਹਰ ਖਾਣਾ ਹੈ, ਖਾਓ, ਬਹੁਤ ਜ਼ਰੂਰੀ ਹੋਏ ਤੇ ਖਾਓ। ਤੇ ਕੋਸ਼ਿਸ਼ ਕਰੋ ਆਪਣੇ ਆਪ ਨੂੰ, ਤੇ ਹੁਣ ਰਾਤ ਦੇ ਖਾਣੇ ਦੀ ਹਰ ਵਕਤ ਪੇਟ ਨੂੰ ਕੁਝ ਨਾ ਕੁਝ ਦੇਣ ਦੀ ਕੀ ਲੋੜ ਹੈ। ਰਾਤੀ ਫਰੂਟ ਲੈ ਲਓ, ਖਿਚੜੀ ਲੈ ਲਓ, ਕੋਈ ਹਲਕੀ ਜੀ ਚੀਜ਼ ਲੈ ਲਓ। ਜਿੰਦਾ ਹੀ ਰਹਿਣਾ ਹੈ ਨਾ, ਬਹੁਤ ਖਾ ਲਿਆ ਐਡੇ ਸਾਲ, ਜੇ ਥੋੜਾ ਬਹੁਤ ਘੱਟ ਵੀ ਹੋ ਗਿਆ ਤੇ ਕੀ ਫਰਕ ਪੈਂਦਾ। ਘਰ ਦੇ ਲੋਕਾਂ ਨੂੰ ਕਸ਼ਟ ਦੇਣਾ ਘੱਟ ਕਰੋ, ਡੋਮੈਸਟਿਕ ਹੈਲਪ ਨੂੰ ਘੱਟ। ਜਿੰਨੇ ਆਪਣੇ ਆਪ ਦੇ ਕੰਮ ਖੁਦ ਕਰੋਗੇ ਉਨਾ ਬਹੁਤ ਹੀ ਚੰਗਾ ਹੈ। ਕਿਸੇ ਨੂੰ ਆਵਾਜ਼ ਨਾ ਮਾਰੋ, ਮਨ ਪਾਣੀ ਫੜਾ ਦੇ ਬਈ, ਮਨ ਇਹ ਦੇ ਦੇ ਬਈ। ਇਹ ਸਾਧਕ ਦੇ ਜੀਵਨ ਦੀ ਸ਼ੁਰੂਆਤ ਹੈ। ਛੋਟੀ ਛੋਟੀ ਚੀਜ਼ਾਂ ਨੂੰ ਸਾਧੋ। ਚਮਤਕਾਰ, ਪੂਰਨਿਮਾ ਧਿਆਨ ਬਹੁਤ ਜ਼ਬਰਦਸਤ, ਇਫੈਕਟਿਵ। ਆਪਣੀ ਲਾਈਫ ਵਿੱਚ ਇਹਨੂੰ ਉਤਾਰੋ। ਪਹਿਲੇ ਘੰਟੇ ਤੁਹਾਨੂੰ ਕੋਈ ਫਰਕ ਨਹੀਂ ਪਏਗਾ। ਜਿਨ੍ਹਾਂ ਨੇ ਸ਼ੁਰੂਆਤ ਕਰਨੀ ਹੈ, ਮੈਂ ਉਹਨਾਂ ਵਾਸਤੇ ਕਹਿ ਰਹੀ ਹਾਂ। ਹੁਣ ਸਾਡੇ ਜੇ ਬੰਦੇ ਤੁਸੀਂ ਮਨ ਕਿੱਥੇ ਵੀ ਬਿਠਾ ਦੋ, 2 ਮਿੰਟ ਵਿੱਚ ਹੀ ਤੁਸੀਂ ਕਿੱਥੇ ਵੀ ਬੈਠੇ ਹੋ, ਪਤਾ ਹੀ ਨਹੀਂ ਚੱਲਦਾ ਕਿੱਥੇ ਉਤਰ ਗਏ। ਪਰ ਜ਼ਿੰਦਗੀ ਦੇ ਯਦि ਧਿਆਨ ਦੇ ਅਨੁਭਵ ਨੇ, ਹਰ ਵਿਅਕਤੀ ਦੀ ਲਾਈਫ ਦੇ ਬੜੇ ਚਮਤਕਾਰਿਕ ਅਨੁਭਵ, ਜਦ ਤੁਸੀਂ ਇੰਨੀ ਚੀਜ਼ਾਂ ਆਪਣੇ ਸਰੀਰ ਵਿੱਚ ਸਾਧ ਲਈਆਂ, ਭੋਜਨ, ਆਤਮ ਅਨੁਸ਼ਾਸਨ, ਜ਼ੁਬਾਨ, ਵਾਣੀ ਦਾ ਸੰਯਮ,
ਆਪਣੀ ਜੌਬ ਵਿੱਚ ਰਹਿ ਕਰਕੇ ਕਿੰਨੀ ਵਾਰ ਕੀ ਹੁੰਦਾ ਸੀ ਜੀ, ਥੱਕ ਗਏ, ਤੀਸਰੀ ਮੰਜ਼ਿਲ ਤੇ ਜਾ ਕੇ 11ਵੀਂ 12ਵੀਂ ਕਲਾਸ ਦੀ ਕਲਾਸਾਂ ਲੈਣੀਆਂ। ਮੇਰੇ ਕੋਲ ਸਾਰੇ, ਮੈਂ ਮੁੰਡਿਆਂ ਨੂੰ ਪੜ੍ਹਾਉਂਦੀ ਹਾਂ। ਐਡਾ ਆਪਣੇ ਆਪ ਨੂੰ ਥਕਾਉਂਦੀ ਹਾਂ, ਇਹ ਸੋਚ ਲਿਆ ਕਿ ਇਹ ਜਿਹੜੀ ਕਮਾਈ ਘਰ ਲੈ ਕੇ ਜਾ ਰਹੀ ਹਾਂ ਨਾ, ਇਹ ਬੇਮਤਲਬ ਦੀ ਨਹੀਂ ਲੈ ਕੇ ਜਾਣੀ। ਜਿੰਨਾ ਟਾਈਮ ਕਿਸੇ ਦੇ ਕਲਾਸ ਵਿੱਚ ਖਾਲੀ ਪੀਰੀਅਡ ਲੱਗਿਆ, ਉੱਥੇ ਜਾ ਕਰਕੇ ਉਹਨੂੰ ਧਿਆਨ ਕਰਾਇਆ, ਸਾਰਿਆਂ ਨੂੰ ਧਿਆਨ ਸਿਖਾਇਆ ਬੱਚਿਆਂ ਨੂੰ। ਬੜਾ ਕੁਝ ਕਲਾਸ ਵਿੱਚ ਬੱਚੇ ਮਜ਼ਾਕ ਉਡਾਉਂਦੇ ਨੇ, ਬਹੁਤ ਕੁਝ ਕਰਦੇ ਨੇ। ਬੜੇ ਪਿਆਰ ਦੇ ਨਾਲ ਉਹਨਾਂ ਨੂੰ ਇਹ ਕਿਹਾ, ਅੱਛਾ ਬੇਟੇ ਮੈਂ ਮਿਊਜ਼ਿਕ ਦੇ ਨਾਲ ਕਰਾ ਰਹੀ ਹਾਂ। ਜਦ ਉਹਨਾਂ ਨੂੰ ਅੱਧਾ ਘੰਟਾ ਧਿਆਨ ਕਰਾ ਲਿਆ, ਉਸ ਤੋਂ ਬਾਅਦ ਬੱਚਿਆਂ ਦਾ ਬਿਹੇਵੀਅਰ ਹੀ ਬਹੁਤ ਚੇਂਜ ਹੋ ਜਾਂਦਾ ਸੀ। ਇਹ ਤੇ ਮੈਂ ਆਪਣੇ ਅੱਖੀ ਘਰ ਰੋਜ਼ ਕਲਾਸਾਂ 'ਚ ਦੇਖਦੀ ਪਈ ਹਾਂ। ਸੋਲ ਸਾਰੀਆਂ ਇੱਕੋ ਜਿਹੀਆਂ ਨੇ, ਕੋਈ ਥਲਵੇ ਲੈਵਲ ਤੇ ਹੈ, ਕੋਈ ਉਤਲੇ ਤੇ ਹੈ, ਕੋਈ ਵਿਚਕਾਰ ਹੈ। ਸਭ ਸੋਲਸ ਆਪਣਾ ਇੱਥੇ ਕੋਈ ਨਾ ਕੋਈ ਕੰਮ ਕਰਨ ਆ ਰਹੀਆਂ ਨੇ। ਸਵੇਰੇ ਉੱਠਿਆ ਨਹੀਂ ਜਾਂਦਾ ਸੀ, ਉਹ ਰਾਤੀ ਲੇਟੇ ਸਵੇਰੇ ਮਨ ਨੇ ਬੜੇ ਬਹਾਨੇ ਮਾਰਨੇ, ਆਏ ਆਏ ਅੱਜ ਥੋੜੀ ਦੇਰ ਹੋਰ ਲੇਟ ਜਾਓ, ਥੋੜੀ ਦੇਰ ਹੋਰ ਲੇਟ ਜਾਓ। ਫਿਰ ਆਪਣੇ ਆਪ ਨੂੰ ਕੀ ਸਾਧ ਕੇ ਦੱਸਿਆ, ਤੁਹਾਨੂੰ ਹੱਸੀ ਆਏਗੀ। ਇਹ ਕਿਹਾ, ਬਾਅਦ ਵਿੱਚ ਜੇ 4 ਬੰਦਿਆਂ ਨੇ ਚੁੱਕ ਕੇ ਲੰਮੂ ਲਾਣਾ ਵੇ ਤੇ ਤਾਂ ਸੁਧਰੇਂਗੀ। ਕਿਉਂ ਨਹੀਂ ਤੇਰੇ ਕੋਲ ਹੁਣ ਟਾਈਮ ਹੈਗਾ, ਔਰ ਇਸ ਜਨਮ ਵਿੱਚ ਇੰਨੀ ਤੇਜ਼ ਤੂੰ ਪ੍ਰਗਤੀ ਕਰ ਸਕਦੀ ਹੈ, ਕਿਉਂ ਨਹੀਂ ਉੱਠਦੀ? ਆਪਣੇ ਮਨ ਨੂੰ ਕੋਈ ਨਾ ਕੋਈ ਡਰਾਵਾ, ਕੋਈ ਨਾ ਕੋਈ ਬਹਾਨਾ ਹਰ ਵਕਤ ਦਿੱਤਾ ਕਿ ਕਿਸੇ ਤਰ੍ਹਾਂ ਆਪਣੇ ਆਪ ਨੂੰ ਸਾਧਦੀ ਚਲੀ ਜਾਵਾਂ। ਇੱਕ ਰੁਮਾਲ ਵਿੱਚ ਗੱਠ ਬਣ ਕੇ ਰੋਜ਼ ਆਪਣੇ ਹੱਥ ਵਿੱਚ ਰੱਖਦੀ ਆ। ਉਹ ਗੱਠ ਕੀ ਮਨ ਦੱਸਦੀ ਹੈ ਕਿ ਭਾਈ ਕਿਸੇ ਦੇ ਬਾਰੇ 'ਚ ਕੋਈ ਕਮੈਂਟ ਹੀ ਨਹੀਂ ਪਾਸ ਕਰਨਾ। ਕਿੰਨੀ ਵਾਰ ਕਲਾਸ ਵਿੱਚ ਜਾਂ ਉਹਦੇ 'ਚ, ਅਲਕਾ ਮੈਡਮ ਤੁਸੀਂ ਹੱਥ 'ਚ ਕੀ ਫੜਿਆ ਹੋਇਆ ਹੈ, ਕੀ ਗੱਠ ਬਣ ਕੇ ਰੱਖਦੇ ਹੋ? ਸਰਦੀਆਂ 'ਚ ਕੋਟ ਦੀ ਜੇਬ ਵਿੱਚ ਉਹ ਗੱਠ ਨੂੰ ਪਾਈ ਰੱਖਣਾ, ਔਰ ਇੱਕ ਹੱਥ ਵਿੱਚ ਕੋਟ ਦੀ ਜੇਬ ਵਿੱਚ ਰਹਿੰਦਾ ਸੀ। ਉਹ ਗੱਠ ਹਰ ਵਕਤ ਮੇਰੇ ਹੱਥ 'ਚ ਰਹਿੰਦੀ ਸੀ। ਹਰ ਤਰ੍ਹਾਂ ਦੇ ਛੋਟੇ ਤੋਂ ਛੋਟੇ ਬਹਾਨੇ ਢੂੰਡੋ, ਬਹਾਨੇ ਕੀ ਢੂੰਡੋ, ਉਪਾਏ ਤੁਸੀਂ ਕੱਢਨੇ ਨੇ, ਕੋਈ ਬਾਹਰੋਂ ਆ ਕਰਕੇ ਹੈਲਪ ਨਹੀਂ ਕਰੇਗਾ ਕਿ ਕਿਸ ਤਰ੍ਹਾਂ ਆਪਣੇ ਆਪ ਨੂੰ ਇੰਪਰੂਵ ਕਰਨਾ ਵੇ। ਜਦ ਤੁਸੀਂ ਇਹ ਸਭ ਚੀਜ਼ਾਂ ਕੀਤੀਆਂ, ਕਿਸੇ ਦਿਨ ਕੋਈ ਤੁਹਾਡਾ ਦਿਨ ਐਸਾ ਹੋਏਗਾ ਜਿਹੜਾ ਤੁਹਾਨੂੰ ਇੱਕੋ ਦਮ ਡੀਪ ਵਿੱਚ ਲੈ ਜਾਏਗਾ, ਔਰ ਉਹ ਧਿਆਨ ਦੇ ਅੰਦਰ ਤੁਹਾਨੂੰ ਐਸੀ ਚੀਜ਼ਾਂ ਹੋਣਗੀਆਂ, ਮਨ ਸਮਝ ਨਹੀਂ ਆਉਂਦਾ ਸੀ ਕਿ ਮਾਸਟਰਸ ਲੋਕ ਕਿਸ ਤਰ੍ਹਾਂ ਕਹਿੰਦੇ ਨੇ, ਮਾਸਟਰਸ ਤੁਹਾਡੇ ਨਾਲ ਗੱਲ ਕਰਦੇ ਨੇ। ਕੋਈ ਕਹਿੰਦਾ ਜੀ ਮਨ ਕੰਨਾਂ 'ਚ ਆਵਾਜ਼ ਸੁਣਾਈ ਦਿੰਦਾ ਹੈ, ਕੋਈ ਕਹਿੰਦਾ ਜੀ ਮਨ ਅੱਖਾਂ 'ਚੋਂ ਨਜ਼ਰ ਆਉਂਦਾ ਹੈ। ਮਾਸਟਰਸ ਮੇਰੇ ਨਾਲ ਜਦ ਮੈਂ ਕਨੈਕਟ ਹੁੰਦੀ ਹਾਂ ਤੇ ਮੇਰੇ ਮਨ ਦੇ ਅੰਦਰ ਆਨਸਰਸ ਆਉਣ ਸ਼ੁਰੂ ਹੁੰਦੇ ਨੇ। ਮੈਂ ਸੋਚਦੀ ਸੀ ਇਹ ਮੇਰੇ ਮਨ ਦਾ ਵਹਿਮ ਹੈ, ਇਹ ਤੇ ਮੈਂ ਆਪ ਹੀ ਆਪਣੇ ਆਪ ਨਾਲ ਗੱਲ ਕਰਦੀ ਪਈ ਹਾਂ। ਨਹੀਂ ਨਹੀਂ, ਜਦ ਉਸ ਚੀਜ਼ ਦੇ ਅੰਦਰ ਮੈਂ ਕਨੈਕਟ ਹੁੰਦੀ ਹਾਂ ਤੇ ਮੈਂ ਵੀ ਉਹੀ ਹਾਂ, ਅੰਦਰ ਦੀ ਚੀਜ਼ਾਂ ਵੀ ਉਹੀ ਨੇ, ਲੇਕਿਨ ਜਿਹੜੇ ਉਪਾਏ, ਜਿਹੜੀ ਟ੍ਰਿਕਸ, ਜਿਹੜੀਆਂ ਕੁਐਸਚਨਸ ਦੇ ਆਨਸਰ ਉਸ ਸਮੇਂ ਮਨ ਮਿਲਦੇ ਨੇ, ਮੈਂ ਕਹਿੰਦੀ ਹਾਂ ਓਹੋ ਇਹ ਤੇ ਚੀਜ਼ ਮੈਂ ਸੋਚੀ ਹੀ ਨਹੀਂ ਕਦੀ। ਉਸ ਤੋਂ ਬਾਅਦ ਮੈਂ ਉਹਨਾਂ ਨੂੰ ਪੁੱਛਦੀ ਹਾਂ, ਪੂਰਨਿਮਾ ਧਿਆਨ ਵਿੱਚ ਬਹੁਤ ਜ਼ਬਰਦਸਤ ਅਨੁਭਵ ਆਉਂਦੇ ਨੇ ਕਿ ਤੁਸੀਂ ਮਨ ਆਪਣਾ ਪਰਿਚੈ ਦਿਓ। ਪਰਿਚੈ ਦਿੰਦੇ ਆ ਤੇ ਮੈਂ ਉਹ ਨਾਮ ਕਦੀ ਸੁਣੇ ਹੀ ਨਹੀਂ ਹੁੰਦੇ। ਇੱਕ ਵਾਰ ਮੈਂ ਵੇਖਿਆ ਪੂਰਨਿਮਾ ਧਿਆਨ ਵਿੱਚ, ਪੂਰੇ ਜਿਸ ਤਰ੍ਹਾਂ ਐਂਜਲਸ ਨੇ, ਮੈਂ ਆਪਣੀ ਅੱਖਾਂ ਦੇ ਸਾਹਮਣੇ ਉਤਰਦੇ ਦੇਖ ਰਹੀ ਹਾਂ, ਜਿਸ ਤਰ੍ਹਾਂ ਉਹ ਧਰਤੀ ਦੇ ਉੱਤੇ ਉਤਰਦੇ ਆ ਰਹੇ, ਉਹਨਾਂ ਦੇ ਐਡੇ ਵੱਡੇ ਵੱਡੇ ਫੈਦਰਸ ਨੇ, ਪੰਖ ਨੇ, ਉਹ ਨੀਚੇ ਉਤਰ ਰਹੇ ਨੇ। ਤੇ ਮੈਂ ਉਹਨਾਂ ਨੂੰ ਕਿਹਾ ਵੀ ਮੈਂ ਤੁਹਾਡੇ ਨਾਲ ਕੁਐਸਚਨ, ਮੈਂ 3 ਕੁਐਸਚਨਸ ਪੂਰਨਿਮਾ ਧਿਆਨ ਵਿੱਚ ਆਪਣੇ ਮਨ ਵਿੱਚ ਪਾ ਕੇ ਬੈਠੀ ਸੀ। ਉਹ 3 ਕੁਐਸਚਨਸ ਦੇ ਆਨਸਰਸ ਮਨ ਮਿਲੇ। ਫਿਰ ਮੈਂ ਉਹਨਾਂ ਨੂੰ ਪੁੱਛਿਆ ਜੀ ਮਨ ਤੁਸੀਂ ਆਪਣਾ ਪਰਿਚੈ ਦਿਓ, ਤੁਸੀਂ ਕੌਣ ਹੋ? ਤੇ ਇੱਕ ਵਾਰ ਉਹਨਾਂ ਨੇ ਮਨ ਕਿਹਾ ਜੀ ਮੈਂ ਇਜਿਪਟ ਦਾ ਐਂਜਲ ਹੈਗਾ। ਇੱਕ ਵਾਰ ਕੋਈ ਹੋਰ ਮਾਸਟਰ ਆਏ, ਵੱਖਰੇ ਵੱਖਰੇ ਮਾਸਟਰ। ਮੈਂ ਤੁਹਾਨੂੰ ਕਿਹਾ ਜਦ ਤੁਹਾਡੀ ਜਿੰਨੇ ਇਹ ਚੀਜ਼ਾਂ ਮੈਂ ਤੁਹਾਨੂੰ ਦੱਸੀਆਂ, ਰੋਜ਼ ਗਿਰਦੀ ਸੀ, ਰੋਜ਼ ਉੱਠਦੀ ਸੀ, ਲੇਕਿਨ ਆਪਣੀ ਜਿੱਦ ਨਹੀਂ ਛੱਡੀ ਕਿ ਆਪਣੇ ਆਪ ਨੂੰ ਕਰਨਾ ਹੈ। ਧੀਰੇ ਧੀਰੇ ਧਿਆਨ ਦੇ ਵਿੱਚ ਚਮਤਕਾਰ ਤਾਂ ਹੋਣ ਸ਼ੁਰੂ ਹੋਣਗੇ।
ਹੁੰਦੇ ਨੇ, ਪੱਕਾ ਹੁੰਦੇ ਨੇ। ਹਰ ਬੰਦੇ ਦੇ ਆਪਣੇ ਲੈਸਨਸ ਵਾਸਤੇ ਹਰ ਬੰਦਾ ਸਾਹਮਣੇ ਆਉਂਦਾ ਹੈ। ਇਹ ਮੈਂ ਤੁਹਾਨੂੰ ਜਿਸ ਤਰ੍ਹਾਂ ਕੋਈ ਕਹਿੰਦਾ ਨਾ ਰਿਟਨ ਪ੍ਰੂਫ, ਪੱਕੀ ਸਟੈਂਪ ਲਗਾ ਕਰਕੇ ਇਹ ਗੱਲ ਕਹਿ ਸਕਦੀ ਹਾਂ। ਹੋਣਗੇ, ਤੁਸੀਂ ਵੀ ਉਹੀ ਹੋ, ਅਸੀਂ ਵੀ ਉਹੀ ਹਾਂ। ਔਰ ਇੱਕ ਚੀਜ਼ ਹੋਰ ਹੋਣ ਸ਼ੁਰੂ ਹੋ ਗਈ, ਕਈ ਵਾਰ ਬੜਾ ਡਰ ਲੱਗਦਾ ਵੇ, ਜੋ ਚੀਜ਼ ਮੂੰਹ ਕੱਢਦੀ ਆ ਉਹ ਚੀਜ਼ ਪੂਰੀ ਹੋ ਜਾਂਦੀ ਹੈ। ਕਈ ਵਾਰ ਇੰਨਾ ਸਭ ਕੁਝ ਕਰਨ ਤੋਂ ਬਾਅਦ ਵੀ ਹਿਊਮਨ ਟੈਂਡੈਂਸੀ ਹੈ, ਪਹਿਲੇ ਨੈਗੇਟਿਵ ਥਾਟ ਹੀ ਆਂਦੀ ਹੈ, ਫਿਰ ਡਰਦੀ ਆ, ਨਹੀਂ ਉਹਨੂੰ ਪੋਜ਼ਿਟਿਵ ਬਣਾਉਣ ਦੇ ਉਹਦੇ ਚ ਲੱਗੇ ਰਹੇ। ਨਹੀਂ ਘਰ ਵਿੱਚ ਵੀ ਸਭ ਨੂੰ ਕਹਿਣਾ ਸ਼ੁਰੂ ਕੀਤਾ, ਇਸ ਤਰ੍ਹਾਂ ਨਹੀਂ ਬੇਟੇ, ਇਹਨੂੰ ਇਸ ਤਰ੍ਹਾਂ ਕਹਿਣਾ ਚਾਹੀਦਾ ਸੀ। ਤਨ ਧੀਰੇ ਧੀਰੇ ਚੀਜ਼ਾਂ ਕਰੋਗੇ ਤੁਸੀਂ ਵੀ ਉਹੀ ਹੋ, ਲੇਕਿਨ ਬਦਲਾਵ ਇੰਨਾ ਜ਼ਬਰਦਸਤ ਆਉਣ ਸ਼ੁਰੂ ਹੋਏਗਾ। ਲੋਕਾਂ ਨੂੰ ਦੱਸਣ ਦੀ ਲੋੜ ਨਹੀਂ, ਆਪਣੇ ਸਾਧਕਾਂ ਦੇ ਨਾਲ ਹੀ ਸ਼ੇਅਰ ਕਰੋ ਇਹ ਚੀਜ਼ਾਂ। ਦੁਨੀਆ ਤੇ ਮਜ਼ਾਕ ਉਡਾਏਗੀ, ਲੇਕਿਨ ਇਹ ਤੁਸੀਂ ਜਾਣਦੇ ਹੋ ਕਿ ਤੁਸੀਂ ਕਿੰਨਾ ਸਦ ਰਹੇ ਹੋ, ਤੁਹਾਡੇ ਚ ਕਿੰਨਾ ਫਰਕ ਆ ਰਿਹਾ ਹੈ, ਕਿੰਨਾ ਠਹਿਰਾਵ ਆ ਰਿਹਾ। ਔਰ ਮਾਸਟਰਸ ਇਹ ਹੋਏਗਾ ਹੀ ਹੋਏਗਾ। अपने कर्म करते चले जाओ और फल पाते चले जाओ। जिन्ना ज्यादा अपने कठिन तपस्या का गुड़ पाओगे उन्ना ही मिठा फल मिलेगा। पर गुड़ पाने वास्ते तपस्या करनी पड़ेगी, बिना मरे स्वर्ग नहीं मिलेगा, इते करना ही पड़ेगा। और सारी चीज़ों की शुरुआत जे तुसी रेगुलर ध्यान कर रहे हो, और ध्यान दे विच ही जब तुहानू कोई ना कोई आड़े चीज़ां आन शुरू होणगियां ना, तो उन चीज़ों उत्ते वर्क करना शुरू कर देना। क्यों? क्योंकि ध्यान विच बैठण नाल ही अवेयरनेस सब तो पहले वधेगी। अवेयरनेस की कहेगी यह चीज़ तू अज गलत कीती, जिहड़ी चीज़ गलत कीती फिर उन्होंने नोट डाउन कर लो कि मैं हुण कितनी बार करदी हां और इहनू हुण मैं किस तरह ठीक करना है। बस उस तो बाद ਤੁਹਾਡਾ ਕੰਮ ਰੋਜ਼ ਇਹ ਹੋਣਾ ਚਾਹੀਦਾ। ਉਸ ਤੋਂ ਬਾਅਦ ਉਸ ਪਰਮ ਪਿਤਾ ਪਰਮੇਸ਼ਵਰ ਤੇ ਛੋੜੋ, ਬਾਕੀ ਤੇ ਚੀਜ਼ਾਂ ਉਹਨੇ ਹੀ ਕਰਨੀਆਂ ਨੇ। ਉਹ ਤੁਹਾਨੂੰ ਇਸ਼ਾਰੇ ਦਿੰਦਾ ਹੈ, ਅਸੀਂ ਸਮਝਦੇ ਨਹੀਂ ਨਾ, ਹਰ ਚੀਜ਼ ਦਾ ਇਸ਼ਾਰਾ ਦਿੰਦਾ ਹੈ। ਔਰ ਉਨ ਲੋਕਾਂ ਨੂੰ ਜ਼ਿਆਦਾ ਦਿੰਦਾ ਹੈ ਜਿਹੜੇ ਬੰਦੇ ਇਸ ਲਾਈਨ ਵਿੱਚ ਨੇ, ਜਿਹੜੇ ਇਹਨੂੰ ਸਮਝਦੇ ਨੇ। ਉਹ ਤੇ ਉੱਤੋਂ ਦੀ ਬੈਠੇ ਹੀ ਨੇ ਤੁਹਾਡੇ ਨਾਲ ਸੰਪਰਕ ਕਰਨ ਵਾਸਤੇ। ਪਹਿਲੇ ਆਪਣੀ ਬਾਡੀ ਤੇ ਤਿਆਰ ਕਰੋ ਉਸ ਤਰ੍ਹਾਂ, ਤਾਂ ਹੀ ਤੇ ਉਹਨਾਂ ਦੇ ਮੈਸੇजेस ਨੂੰ ਪੜ੍ਹ ਪਾਓਗੇ, ਲੈ ਪਾਓਗੇ, ਉਤਾਰ ਪਾਓਗੇ। बस जी मेरी ते जिंदगी दी लाइफ इहो ही मेरे एक्सपीरियंसेस हैगे सी, जिन्हां च मैं रोज गिरी, रोज उठी, रोज उपाय ढूंढे और अपने आप नू साधिया जी। बड़े अनुभव दिन प्रतिदिन। ग्रुप मैडिटेशन जरूर करो, और जब तुहानू पत्री सड़दे उहदे च जद कदी किथे जान दा मौका मिले जी जरूर जाओ। गेम चेंज होंदी उत्थों दी है। ਜਿਹੜੇ 3 ਘੰਟੇ ਦਾ ਇੰਨੀ ਜ਼ਿਆਦਾ ਸੀਨੀਅਰ ਮਾਸਟਰਸ ਦੀ એનર્ਜੀ ਦੇ ਵਿੱਚ ਜਦ ਤੁਸੀਂ ਬੈਠਦੇ ਹੋ ਨਾ, ਉਹ ਸਾਨੂੰ ਨਹੀਂ ਪਤਾ ਚੱਲਦਾ। ਅਸੀਂ ਲੱਗਦਾ ਅਸੀਂ ਤਾਂ ਉੱਥੇ ਜਾ ਕਰਕੇ ਆਏ, ਲੇਕਿਨ ਜੇ ਤੁਸੀਂ ਵਾਪਸ ਆਉਂਦੇ ਹੋ ਤੇ ਖਾਲੀ ਹੱਥ ਨਹੀਂ ਆਉਂਦੇ। ਉਹ ਚੇਂਜ ਤੁਹਾਡੇ ਅੰਦਰ ਕਿੱਥੇ ਕਿਹੜੀ ਜਗ੍ਹਾ 'ਚ ਜਾ ਕਰਕੇ ਬਹਿ ਗਿਆ ਤੁਹਾਨੂੰ ਪਤਾ ਹੀ ਨਹੀਂ ਚੱਲਦਾ। ਉਹ ਕੀ ਐਕਸਪੀਰੀਐਂਸਸ ਲੈ ਕੇ ਆਏ। ਮੈਂ ਪਾਸਟ ਲਾਈਫ ਦੇਖ ਲਈ ਜੀ, ਪਹਿਲੀ ਵਾਰ ਹੀ ਗਈ ਤੇ 3 ਜਨਮ ਦੇਖ ਲਏ ਆਪਣੇ। ਇਹ ਅਨੁਭਵ ਨੇ। क्यों? क्योंकि पहले जागरूकता वधाई, अपने शरीर नू साधिया, तां बड़ी जल्दी पहले ध्यान दे अंदर ही। कई लोग कहंदे ने ना जी मन जी पहली बार ही अनुभव हो गए। मैं मन सोचदी सी इन्हां नू किस तरह पहली बार अनुभव हो गए। अरे भाई अनुभव इस वास्ते पहली बार हो गए कि सारी चीज जागरूकता वधी होई सी, शरीर सद्या होया सी, काम ते उन्हां दा पहले ही हो रखिया सी, ताई ते चीजां दे अनुभव जल्दी हो गए। इस वास्ते पहले आप तपस्या करो जी, उस तो बाद सारियां चीजां सधनगियां। ध्यान विच जागरूकता नू वधाओ। बस जी मेरा ते यही हाथ जोड़ के सारियां नाल निवेदन, यही मेरे छोटे जे एक्सपीरियंस। धन्यवाद। अच्छा जी।
ਥੈਂਕ ਯੂ ਅਲਕਾ ਜੀ, ਤੁਸੀਂ ਅੱਜ ਥੈਂਕ ਯੂ ਜੀ, ਥੈਂਕ ਯੂ। ਬੜੇ ਹੀ ਸੁੰਦਰ ਤਰੀਕੇ ਦੇ ਨਾਲ ਆਪ ਦਾ ਐਕਸਪੀਰੀਅੰਸ ਸ਼ੇਅਰ ਕੀਤਾ ਤੇ ਆਪਣਾ ਜਿਹੜਾ ਇਤਨਾ ਸੁੰਦਰ ਐਕਸਪੀਰੀਅੰਸ ਇਸ ਗਰੁੱਪ ਦੇ ਨਾਲ ਸ਼ੇਅਰ ਕੀਤਾ, ਇਹ ਬੜਾ ਹੀ ਅਨਮੁੱਲਾ ਸੀ। ਇਹਦੇ ਨਾਲ ਬਹੁਤ ਹੀ ਇਸ ਗਰੁੱਪ ਨੂੰ ਆਈ ਥਿੰਕ ਜਾਗਰੂਕਤਾ ਮਿਲੀ ਹੋਏਗੀ ਅੱਜ, ਔਰ ਬੜੇ ਹੀ ਸਿੱਖਣ ਨੂੰ ਬਹੁਤ ਕੁਝ ਮਿਲਿਆ ਕਿ ਤੁਹਾਡਾ ਜਿਹੜਾ ਐਕਸਪੀਰੀਅੰਸ ਤੁਸੀਂ ਅੱਜ ਸ਼ੇਅਰ ਕੀਤਾ। ਤੇ ਆਈ ਥਿੰਕ ਅੱਜ ਬੜੇ ਹੀ ਲੋਕ, ਬੜੇ ਹੀ ਅੱਜ ਸਾਡੇ ਪਾਰਟਿਸਪੈਂਟ ਨੇ ਹੈਂਡ ਰੇਜ਼ ਕਰਕੇ, ਬਹੁਤ ਸਾਰੇ ਉਹਨਾਂ ਦੇ ਕੁਐਸਚਨ ਹੋਣਗੇ ਜਾਂ ਉਹ ਤੁਹਾਡੇ ਨਾਲ ਗੱਲਬਾਤ ਕਰਨਾ ਚਾਹਣਗੇ। ਤੇ ਮੈਂ ਸਵਾਗਤ ਕਰਦਾ ਹਾਂ ਗਗਨਦੀਪ ਜੀ ਕੌਰ ਦਾ। ਤੇ ਭੈਣ ਜੀ ਤੁਸੀਂ ਸ਼ੇਅਰ ਕਰੋ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਮੈਮ ਜੀ ਨੂੰ ਸਪੈਸ਼ਲ ਵਾਲੀ ਸਤਿ ਸ਼੍ਰੀ ਅਕਾਲ। ਹਾਂਜੀ।